ਹਰ ਬੰਦਾ ਇਹ ਕਿਉਂ ਸੋਚਣ ਲੱਗ ਗਿਆ ਕਿ ਉਹਨੇ ਬੇਈਮਾਨੀ ਦੇ ਨਾਲ ਹੀ ਪੈਸਾ ਜਿਹੜਾ ਉਹ ਕਮਾਉਣਾ 5-500 ਰੁਪਏ ਦੀ ਰਿਸ਼ਵਤ ਦੇ ਵਿੱਚ ਰੁੱਖ ਵੱਢ ਦਿੱਤੇ ਗਏ ਸਾਰੇ ਜਿਹੜੇ ਉਹ ਚੱਟਣ ਦੇ ਵਾਸਤੇ ਹੀ ਇਸ ਲਾਈਨ ਦੇ ਵਿੱਚ ਆਏ ਨੇ ਭਾਵ ਕਿ ਸਿਆਸਤ ਦੇ ਵਿੱਚ ਇੱਕ ਨੇ ਰੁੱਖ ਚੱਟੇ ਇੱਕ ਨੇ ਰੁੱਖਾਂ ਦੇ ਆਲੇ ਦੁਆਲੇ ਲੱਗਣ ਵਾਲੇ ਜੰਗਲੇ ਹੀ ਚੱਟ ਲਏ ਪੰਜਾਬੀਆਂ ਦੇ ਨਾਂ ਦੇ ਉੱਤੇ ਇੱਕ ਬਦਨੁਮਾ ਧੱਬਾ ਲੱਗ ਗਿਆ ਹੋਇਆ ਇੱਕ ਮੈਂਬਰ ਪਾਰਲੀਮੈਂਟ ਜਿਤਾ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ ਕਿ ਉਹ ਰਿਹਾ ਹੋ ਜਾਣਗੇ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਨੇ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਵਿੱਚ ਕਦੋਂ ਜਿਹੜੀਆਂ ਉਹ ਲਾਸ਼ਾਂ ਦੇ ਉੱਤੇ ਜਿਹੜੀ ਸਿਆਸਤ ਹੋਈ ਹੈ ਪਾਤਰ ਸਾਹਿਬ ਦੀ ਇੱਕ ਕਵਿਤਾ ਹੈ ਕਿ ਤੁਸੀਂ ਵੋਟਾਂ ਗਿਣੋ ਮੈਂ ਲਾਸ਼ਾਂ ਗਿਣਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀਆਂ ਇਹੋ ਜਿਹੀਆਂ ਬੇਥਵੀਆਂ ਗੱਲਾਂ ਦੇ ਨਾਲ ਅਕਾਲੀ ਦਲ ਬਾਦਲ ਦੀ ਸਿਚੁਏਸ਼ਨ ਇੰਨੀ ਮਾੜੀ ਕਰ ਦਿੱਤੀ ਪੰਜਾਬ ਜਿਹੜਾ ਨਾ ਜੀ ਉਹ ਕੇਂਦਰ ਬਿੰਦੂ ਬਣ ਗਿਆ ਇਹਨਾਂ ਗੈਂਗਸਟਰਾਂ ਦਾ ਗੈਂਗਸਟਰ ਕਿੱਥੋਂ ਪੈਦਾ ਹੋਏ ਸੁਖਬੀਰ ਬਾਦਲ ਦੀ ਹੁਣੇ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਲਾਰੈਂਸ ਬਿਸ਼ਨੋਈ ਵਰਗਾ ਜਿਹੜਾ ਗੈਂਗਸਟਰ ਹੈ ਉਹਦਾ ਏਡਾ ਸਿੱਕਾ ਚੱਲਦਾ ਕਿ ਉਹ ਸਲਮਾਨ ਖਾਨ ਨੂੰ ਵੀ ਧਮਕੀ ਦੇ ਦਿੰਦਾ ਤੇ ਪਕੋਕਾ ਬਣਨ ਲੱਗਿਆ ਸੀਗਾ ਮਕੋਕਾ ਦੀ ਤਰਜ਼ ਦੇ ਉੱਤੇ ਕੁਝ ਸਿਆਸੀ ਧਿਰਾਂ ਨੇ ਉਹਦਾ ਵਿਰੋਧ ਕੀਤਾ ਕਿ ਨਹੀਂ ਇਹ ਨਹੀਂ ਬਣਨਾ ਚਾਹੀਦਾ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਰੋਜ਼ਮਰਾ ਦੀ ਤਰ੍ਹਾਂ ਗੱਲਾਂ ਕਰਾਂਗੇ ਤਾਜ਼ੀਆਂ ਤੇ ਵੱਡੀਆਂ ਘਟਨਾਵਾਂ ਤੇ ਵਿਚਾਰ ਜਾਣਾਂਗੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਹੋਰਾਂ ਦੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜਾਬ ਦੇ ਬਹੁਤ ਸੀਰੀਅਸ ਮੁੱਦੇ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਗੱਲ ਕਰਦੇ ਹਾਂ ਭ੍ਰਿਸ਼ਟਾਚਾਰ ਦੀ। ਬਹੁਤ ਸਾਰਿਆਂ ਦੇ ਚਿੱਠੇ ਜਿਹੜੇ ਨੇ ਅਖਬਾਰਾਂ 'ਚ ਛਪੇ ਨੇ, ਬਹੁਤ ਫੜੇ ਗਏ ਨੇ ਤੇ ਕਹਿੰਦੇ ਬਹੁਤਿਆਂ ਵੱਲ ਹੋਰ ਵੀ ਨਕੇਲ ਕੱਸੀ ਜਾਣੀ ਹੈ। ਡੰਗ ਟਪਾਊ ਕਾਰਵਾਈ ਨਹੀਂ ਹੋ ਰਹੀ, ਨੱਥ ਪਾਊ ਕਾਰਵਾਈ ਹੋ ਰਹੀ ਹੈ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕਿਤੇ ਭ੍ਰਿਸ਼ਟਾਚਾਰ ਦੀ ਧਰਤੀ ਤਾਂ ਨਹੀਂ ਬਣ ਗਈ? ਬਣ ਗਈ ਹੈ ਜੀ, ਅਸਲ ਦੇ ਵਿੱਚ ਸਹੀ ਪੁੱਛੋ ਤਾਂ ਬਣ ਗਈ ਹੈ। ਜੇ ਆਪਾਂ ਹਾਲਾਤ ਦੇਖੀਏ ਤਾਂ ਇੰਨੇ ਫਿਕਰਮੰਦੀ ਵਾਲੇ ਹਾਲਾਤ ਨੇ ਕਿ ਹਰ ਬੰਦਾ ਇਹ ਕਿਉਂ ਸੋਚਣ ਲੱਗ ਗਿਆ ਕਿ ਉਹਨੇ ਬੇਈਮਾਨੀ ਦੇ ਨਾਲ ਹੀ ਪੈਸਾ ਜਿਹੜਾ ਉਹ ਕਮਾਉਣਾ। ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਲੋਕ ਨੇ ਜਿਹੜੇ ਖਾਸ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਬਿਜ਼ਨਸ ਦੇ ਤੌਰ ਦੇ ਉੱਤੇ ਆਉਂਦੇ ਆ ਕਿ ਕਿੰਨੇ ਕਮਾ ਸਕਦੇ ਆ, ਉਹਨਾਂ ਦੀ ਇਹ ਪੈਸਾ ਕਮਾਉਣ ਦੀ ਦੌੜ ਜਿਹੜੀ ਆ ਉਹ ਪੰਜਾਬ ਨੂੰ ਕਿੱਥੇ ਸੁੱਟ ਦੂਗੀ ਲਿਜਾ ਕੇ ਜਾਂ ਸੁੱਟ ਦਿੱਤਾ, ਇਹਦੀ ਕੋਈ ਸਮਝ ਨਹੀਂ ਆਉਂਦੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਅਕਸਰ ਕੁਝ ਲੋਕ ਜਿਹੜੇ ਫਿਕਰਮੰਦ ਨੇ ਵਾਤਾਵਰਨ ਨੂੰ ਲੈ ਕੇ ਉਹ ਫਿਕਰਮੰਦੀ ਜ਼ਾਹਰ ਕਰਦੇ ਨੇ, ਕੋਈ ਸੈਮੀਨਾਰ ਕਰ ਰਿਹਾ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ, ਜਦੋਂ ਹੁਣ ਅਸਲੀਅਤ ਸਾਹਮਣੇ ਆਈ ਤਾਂ ਇਹ ਪਤਾ ਲੱਗ ਰਿਹਾ ਕਿ 5-500 ਰੁਪਏ ਦੀ ਰਿਸ਼ਵਤ ਦੇ ਵਿੱਚ ਰੁੱਖ ਵੱਢ ਦਿੱਤੇ ਗਏ। ਅਗਲੀ ਕਹਾਣੀ ਇਹ ਪਤਾ ਲੱਗ ਰਹੀ ਹੈ ਕਿ ਕੋਈ 150 ਕਰੋੜ ਤੋਂ ਲੈ ਕੇ 200 ਕਰੋੜ ਰੁਪਈਆ ਸੈਂਟਰ ਦੀ ਸਰਕਾਰ ਦਾ ਆਉਂਦਾ ਨਵੇਂ ਬੂਟੇ ਲਾਉਣ ਦੇ ਵਾਸਤੇ, ਉਹ ਹੜੱਪ ਲਿਆ ਗਿਆ। ਤੁਸੀਂ ਬਠਿੰਡੇ ਤੋਂ ਜ਼ੀਰਕਪੁਰ ਵਾਲੇ ਹਾਈਵੇ ਦੇ ਉੱਤੇ ਚੱਲ ਜਾਓ, ਬਠਿੰਡੇ ਤੋਂ ਅੰਮ੍ਰਿਤਸਰ ਵਾਲੇ ਹਾਈਵੇ ਦੇ ਉੱਤੇ ਚੱਲ ਜਾਓ, ਜਾਂ ਜਿਹੜਾ ਨੈਸ਼ਨਲ ਹਾਈਵੇ ਮੇਨ ਆਉਂਦਾ ਉਹਦੇ ਉੱਤੇ ਚੱਲ ਜਾਓ। ਚਲੋ ਉਹ ਤਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚੋਂ ਲੰਘਦਾ, ਇਸ ਕਰਕੇ ਇੰਨਾ ਕਿਹਾ ਜਾ ਸਕਦਾ ਕਿ ਉਹਦੇ ਉੱਤੇ ਬਹੁਤੇ ਬੂਟੇ ਨਹੀਂ ਦਿਸਣਗੇ, ਬਹੁਤ ਸਾਰੇ ਸ਼ਹਿਰਾਂ ਨੂੰ ਉਹ ਕ੍ਰਾਸ ਕਰਦਾ। ਜਿਹੜੇ ਦੂਜੇ ਹਾਈਵੇਜ਼ ਨੇ ਜਿਨ੍ਹਾਂ ਦੇ ਬੂਟੇ ਇਸ ਕਰਕੇ ਵੱਢੇ ਗਏ ਕਿ 4 ਲੇਨ ਬਣਨਾ, 6 ਲੇਨ ਬਣਨਾ, ਮੁੜ ਕੇ ਬੂਟੇ ਲਾਉਣ ਦੇ ਵਾਸਤੇ ਜਿਹੜੇ ਫੰਡਸ ਆਏ ਉਹ ਫੰਡਸ ਕਿੱਥੇ ਗਏ? ਬੂਟੇ ਤਾਂ ਦਿਸਦੇ ਨਹੀਂ। 2 ਨਵੇਂ ਹਾਈਵੇ ਪੰਜਾਬ ਦੇ ਵਿੱਚ ਨਿਕਲ ਰਹੇ ਆ, ਇੱਕ ਤਾਂ ਦਿੱਲੀ ਕਟੜਾ ਹਾਈਵੇ ਬਣ ਰਿਹਾ, ਜਾਮਨਗਰ ਅੰਮ੍ਰਿਤਸਰ ਹਾਈਵੇ ਬਣ ਰਿਹਾ। ਰਹਿੰਦੇ ਖੁੰਦੇ ਬੂਟੇ ਇਹਨਾਂ ਦੇ ਵਿੱਚ ਵੱਢੇ ਜਾਣੇ। ਸਵਾਲ ਇਹ ਆ ਕਿ ਕੀ ਇਹ ਸਾਰੇ ਜਿਹੜੇ ਉਹ ਚੱਟਣ ਦੇ ਵਾਸਤੇ ਹੀ ਇਸ ਲਾਈਨ ਦੇ ਵਿੱਚ ਆਏ ਨੇ ਭਾਵ ਕਿ ਸਿਆਸਤ ਦੇ ਵਿੱਚ 2000 ਕਰੋੜ ਰੁਪਏ ਦਾ ਟੈਂਡਰ ਘੁਟਾਲਾ ਭਾਰਤ ਭੂਸ਼ਣ ਆਸ਼ੂ ਦਾ ਇਸ ਵੇਲੇ ਚਰਚਾ ਦੇ ਵਿੱਚ ਹੈ। ਜਿਹੜੀ ਹਾਈ ਕੋਰਟ ਨੂੰ ਉਹ ਟਿੱਚ ਜਾਣਦਾ ਸੀ, ਜਿਹਨੂੰ ਕਹਿੰਦਾ ਸੀ ਜਾ ਕੇ ਕਹਦੇ ਹਾਈ ਕੋਰਟ ਨੂੰ ਮੰਤਰੀ ਨਹੀਂ ਨਿਕਲ ਦਿੰਦਾ ਸੜਕ, ਉਸ ਹਾਈ ਕੋਰਟ ਦੇ ਵਿੱਚ ਜਾ ਕੇ ਉਹ ਜ਼ਮਾਨਤ ਮੰਗ ਰਿਹਾ ਕਿ ਜੇ ਮੈਨੂੰ ਗ੍ਰਿਫਤਾਰ ਕਰਨਾ ਤੇ 7 ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ। ਵੈਸੇ
ਪਤਾ ਨਹੀਂ ਸਰਕਾਰੀ ਪੱਖ ਸੁਣਾਊਗਾ ਜਾਂ ਨਹੀਂ, ਪਰ ਸਰਕਾਰੀ ਪੱਖ ਨੂੰ ਉਹਦੀ ਉਹ ਆਡੀਓ ਸੁਣਾ ਦੇਣੀ ਚਾਹੀਦੀ ਆ ਹਾਈ ਕੋਰਟ ਦੇ ਵਿੱਚ ਜਾ ਕੇ, ਕਿ ਹਾਈ ਕੋਰਟ ਦੇ ਬਾਰੇ ਦੇ ਵਿੱਚ ਬੰਦਾ ਆ ਬੋਲਦਾ ਵੀ ਉਹ ਹਾਈ ਕੋਰਟ ਦੀ ਕੀ ਪਰਵਾਹ ਕਰਦਾ। ਅੱਜ ਹਾਈ ਕੋਰਟ ਦੀ ਉਹਨੂੰ ਜ਼ਰੂਰਤ ਪੈ ਗਈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ 10 ਤਰੀਕ ਨੂੰ ਰਿਜ਼ਲਟ ਆਉਂਦੇ ਆ, 11 ਤਰੀਕ ਨੂੰ ਫਾਈਲ ਸਾਈਨ ਕਰ ਰਹੇ ਆ 150 ਕਿੱਲੇ ਦੀ ਪੰਚਾਇਤੀ ਜ਼ਮੀਨ ਦੀ, ਉਹ ਵੀ ਕਲੋਨੀ ਕੱਟਣ ਦੇ ਵਾਸਤੇ। ਇਹ ਤਾਂ ਹੋ ਨਹੀਂ ਸਕਦਾ ਕਿ ਐਵੇਂ ਮੁਫਤੋਂ ਮੁਫਤੀ ਕਰ ਦਿੱਤੀ ਆ, ਹਿੱਸਾ ਪੱਤੀ ਹੋਊਗਾ। ਜਦੋਂ ਤੁਸੀਂ ਸਾਈਨ ਹੀ ਨਹੀਂ ਕਰ ਸਕਦੇ, ਤੁਸੀਂ ਸਾਈਨ ਕਰ ਰਹੇ ਹੋ, ਹੁਣ ਕਹਿੰਦੇ ਜੀ ਡਿਪਟੀ ਕਮਿਸ਼ਨਰ ਨੇ ਮੇਰੇ ਤੋਂ ਸਾਈਨ ਕਰਵਾ ਲਏ ਹੋਣਗੇ। ਸੰਗਤ ਸਿੰਘ ਗਿਲਜੀਆਂ ਇੱਕ ਹੋਰ ਹੈ, ਇੱਕ ਨੇ ਰੁੱਖ ਚੱਟੇ, ਇੱਕ ਨੇ ਰੁੱਖਾਂ ਦੇ ਆਲੇ ਦੁਆਲੇ ਲੱਗਣ ਵਾਲੇ ਜੰਗਲੇ ਹੀ ਚੱਟ ਲਏ। ਉਹ ਕਹਿੰਦਾ ਜੀ 250 ਰੁਪਏ ਦੇ ਵਿੱਚ ਇੱਕ ਜੰਗਲਾ ਸਰਕਾਰੀ ਤੌਰ ਤੇ ਬਣੂਗਾ, ਸਰਕਾਰ ਨੂੰ ਬਿੱਲ ਭੇਜੋ, ਪਹਿਲਾਂ ਮੇਰਾ ਹਿੱਸਾ ਭੇਜੋ 800 ਰੁਪਈਆ ਪਰ ਜੰਗਲੇ ਦਾ। 6 ਕਰੋੜ 40 ਲੱਖ ਰੁਪਈਆ ਉਹ ਨਾਲ ਦੀ ਨਾਲ ਜਿਹੜਾ ਚੁੱਕ ਲੈਂਦਾ। ਅੱਜ ਟਰਾਈਡੈਂਟ ਗਰੁੱਪ ਦਾ ਸਾਬਕਾ ਚੀਫ ਫਾਈਨੈਂਸ਼ੀਅਲ ਆਫੀਸਰ ਹੈ ਹਰਵਿੰਦਰ ਸਿੰਘ ਗਿੱਲ, ਉਹ ਸੰਗੋਵਾਲ ਪਿੰਡ ਦਾ ਰਹਿਣ ਵਾਲਾ, ਲੁਧਿਆਣਾ ਡਿਸਟ੍ਰਿਕਟ ਦਾ। ਉਹਦਾ ਘਪਲਾ ਇੱਕ ਸਾਹਮਣੇ ਆਇਆ ਕਿ ਉਹਨੇ ਅਪ੍ਰੈਲ 2019 ਤੋਂ ਲੈ ਕੇ 17 ਫਰਵਰੀ 22 ਤੱਕ ਵੱਡੇ ਪੱਧਰ ਦੇ ਉੱਤੇ ਗਬਨ ਦੀ ਜਾਣਕਾਰੀ ਜਿਹੜੀ ਆ ਉਹ ਹਾਸਲ ਹੋਈ ਹੈ। ਹਰਵਿੰਦਰ ਸਿੰਘ ਗਿੱਲ ਨੇ ਟਰਾਈਡੈਂਟ ਲਿਮਟਿਡ ਕੰਪਨੀ ਦੇ ਵਿੱਚ 9 ਸਤੰਬਰ 14 ਤੋਂ ਲੈ ਕੇ 18 ਫਰਵਰੀ 2022 ਤੱਕ ਟਰਾਈਡੈਂਟ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਦੇ ਵਿੱਚ 34 ਸਾਲਾਂ ਤੋਂ ਵੱਧ ਸਮੇਂ ਇਹਦੇ ਵਿੱਚ ਕੰਮ ਕੀਤਾ। ਹੁਣ ਜਿਹੜਾ ਆਡਿਟ ਹੋਇਆ ਉਹਦੇ ਤੋਂ ਇਹ ਪਤਾ ਲੱਗ ਰਿਹਾ ਕਿ 185 ਲੈਣ ਦੇਣ ਦੇ ਵਿੱਚੋਂ 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਿਹੜੀ ਆ ਉਹ ਹਰਵਿੰਦਰ ਸਿੰਘ ਗਿੱਲ ਉਰਫ ਹਰਵਿੰਦਰ ਸਿੰਘ ਉਹਦੇ ਨਿੱਜੀ ਖਾਤਿਆਂ ਦੇ ਵਿੱਚ ਆਨਲਾਈਨ ਨੈਟ ਬੈਂਕਿੰਗ ਦੇ ਰਾਹੀਂ ਟ੍ਰਾਂਸਫਰ ਕੀਤੀ ਗਈ ਹੈ। ਭਾਵੇਂ ਕਿ ਉਹ ਸਿਰਫ ਟ੍ਰਾਂਜੈਕਸ਼ਨ ਮੇਕਰ ਦੇ ਵਜੋਂ ਆਧਾਰਿਤ ਸੀਗਾ, ਪਰ ਉਹਨੇ ਧੋਖਾਦੇਹੀ ਦੇ ਨਾਲ ਸਟੇਟ ਬੈਂਕ ਆਫ ਇੰਡੀਆ ਜਿਹੜੀ ਲੁਧਿਆਣੇ ਦੇ ਵਿੱਚ ਬ੍ਰਾਂਚ ਹੈ ਉਹਦੇ ਖਾਤੇ ਦਾ ਵਨ ਟਾਈਮ ਪਾਸਵਰਡ ਆਪਣੇ ਮੋਬਾਈਲ ਦੇ ਉੱਤੇ ਲੈ ਕੇ ਧੋਖੇ ਦੇ ਨਾਲ ਵੱਖ-ਵੱਖ ਬੈਂਕਾਂ ਦੇ ਵਿੱਚ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਸਫਰ ਕਰ ਲਏ। SBI ਬੈਂਕ, ਸਰਾਭਾ ਨਗਰ, HDFC ਬੈਂਕ ਔਰ ਜਿਹੜੇ ਬਾਕੀ ਅਗਿਆਤ ਖਾਤੇ ਸੀ ਉਹਨਾਂ 'ਚ ਟ੍ਰਾਂਸਫਰ ਕਰਤੇ। ਉਹਦਾ ਪਰਿਵਾਰ ਤੇ ਉਹਦਾ ਪੁੱਤ ਬੈਲਜੀਅਮ ਤੇ ਕੈਨੇਡਾ ਦੇ ਵਿੱਚ ਜਿਹੜੇ ਉਹ ਸੈਟਲ ਨੇ। ਹਰਵਿੰਦਰ ਗਿੱਲ ਨੇ ਗੈਰ ਰਸਮੀ ਤੌਰ ਦੇ ਉੱਤੇ ਉਹ ਮੰਨਦਾ ਕਿ ਉਹਨੂੰ ਕਦੇ ਵੀ ਆਮਦਨ ਕਰ ਵਿਭਾਗ ਦੇ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ, ਭਾਵੇਂ ਕਿ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੀ ਗਈ ਰਕਮ ਉਹਦੀ ਤਨਖਾਹ ਤੋਂ ਕਿਤੇ ਜਿਹੜੀ ਉਹ ਵੱਧ ਸੀ। ਇੱਕ ਗੱਲ ਮੈਂ ਅੱਗੇ ਵੀ ਇੱਕ ਦਿਨ ਕੀਤੀ ਸੀ ਕਿ ਜਿਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਪੜ੍ਹਦੇ ਨੇ, ਉਹਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਲਾਂਭੇ ਕਰ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਦੀਆਂ ਮੇਨ ਨੌਕਰੀਆਂ ਤੋਂ ਵੀ ਲਾਂਭੇ ਕਰ ਦੇਣਾ ਚਾਹੀਦਾ। ਜਿੰਨੀ ਲੁੱਟ ਇਹਨਾਂ ਲੋਕਾਂ ਨੇ ਮਚਾਈ ਆ ਜਿਨ੍ਹਾਂ ਦੇ ਬੱਚੇ ਬਾਹਰ ਨੇ, ਕੱਲ ਦਾ ਤੁਸੀਂ ਦੇਖ ਰਹੇ ਹੋਣੇ ਆ, ਡਾਲਰ ਅਪ ਹੈ ਤੇ ਰੁਪਈਆ ਆਲ ਟਾਈਮ ਲੋ ਆ। ਮੈਂ ਇਹ ਸੋਚ ਰਿਹਾ ਸੀਗਾ ਕਿ ਜਿਹੜੇ ਕਰਪਸ਼ਨ ਕਰਨ ਵਾਲੇ ਆ ਉਹਨਾਂ ਨੇ ਕਰਪਸ਼ਨ ਦੇ ਰੇਟ ਹੋਰ ਚੱਕਤੇ ਹੋਣੇ ਆ ਵੀ ਰੁਪਈਆ ਤਾਂ ਬਹੁਤ ਡਾਊਨ ਹੋ ਗਿਆ, ਅਸੀਂ ਬਾਹਰ ਪੈਸੇ ਭੇਜਣੇ ਆ। ਹੁਣ ਤਾਂ ਡਾਲਰ ਜਿਹੜੇ ਉਹ ਘੱਟ ਆਉਂਦੇ ਆ ਰੁਪਈਏ ਦੇ, ਕਿਉਂਕਿ 78 ਰੁਪਈਏ ਤੋਂ ਵੀ ਹੇਠਾਂ ਡਿੱਗ ਪਿਆ ਰੁਪਈਆ ਤਾਂ ਜਿੰਨਾ ਡਿੱਗਿਆ ਕਰਪਸ਼ਨ ਕਰਨ ਵਾਲੇ ਜਿਸ ਪੱਧਰ ਤੱਕ ਡਿੱਗ ਪਏ ਹੋਏ ਆ, ਮੈਨੂੰ ਨਹੀਂ ਲੱਗਦਾ ਰੁਪਈਆ ਉਹਨਾਂ ਕਦੀ ਡਿੱਗ ਸਕਦਾ। ਕਿੰਨੀ ਤਮਾ ਹੋਣੀ ਚਾਹੀਦੀ ਆ। ਮੇਰਾ ਖਿਆਲ ਇਹਦੇ ਉੱਤੇ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਸਮਝਾਉਣ ਦੇ ਵਾਸਤੇ, ਉਹਨੂੰ ਦੱਸਣ ਦੇ ਵਾਸਤੇ ਕਾਲਜਸ ਦੇ ਵਿੱਚ, ਘੱਟੋ ਘੱਟ ਯੂਨੀਵਰਸਿਟੀਜ਼ ਦੇ ਵਿੱਚ ਸੈਮੀਨਾਰ ਸ਼ੁਰੂ ਹੋਣੇ ਚਾਹੀਦੇ ਆ। ਬੰਦੇ ਦੀ ਨੀਡ ਕੀ ਆ, ਬੰਦੇ ਨੂੰ ਕਿੰਨਾ ਪੈਸਾ ਚਾਹੀਦਾ ਜ਼ਿੰਦਗੀ ਜਿਹੜੀ ਆ ਉਹ ਠੀਕ ਠਾਕ ਤਰੀਕੇ ਦੇ ਨਾਲ ਕੱਟਣ ਦੇ ਵਾਸਤੇ, ਉਹਦੀ ਤਮਾ ਕੀ ਆ, ਕਿੰਨਾ ਪੈਸਾ ਇੱਕ ਜ਼ਿੰਦਗੀ ਨੂੰ ਜਿਉਣ ਦੇ ਵਾਸਤੇ ਇਨਫ ਹੋ ਸਕਦਾ। ਕੀ ਜੇ ਕੋਈ ਬੰਦਾ ਕਰਪਸ਼ਨ ਵੀ ਕਰਦਾ, ਮੇਰੀ ਜਾਚੇ ਉਹਨੂੰ ਘੱਟੋ ਘੱਟ ਜੇ ਪੋਲੀਟੀਸ਼ੀਅਨ ਹੈ ਤੇ ਉਹਨੂੰ ਲੱਗਦਾ ਕਿ ਉਹਨੂੰ ਕੁਝ ਛੋਟ ਦੇ ਦੇਣੀ ਚਾਹੀਦੀ ਆ ਵੀ ਜਾਂ ਤੂੰ 10 ਕਰੋੜ 15 ਕਰੋੜ 20 ਕਰੋੜ 25 ਕਰੋੜ 30 ਕਰੋੜ ਕਮਾ ਲਾ। ਪਰ ਜਦੋਂ ਅਸੀਂ ਘਪਲੇ ਸੁਣਦੇ ਹਾਂ ਉਹ ਹਮੇਸ਼ਾ ਜਦੋਂ ਨਵਾਂ ਸੁਣੀਦਾ ਉਹ ਪਹਿਲੇ ਨਾਲੋਂ ਜ਼ਿਆਦਾ ਹੁੰਦੇ ਆ। ਜੇ 35,000 ਕਰੋੜ ਰੁਪਏ ਦਾ ਜਿਹੜਾ ਕਣਕ ਦਾ ਘੁਟਾਲਾ ਅਕਾਲੀ ਭਾਜਪਾ ਰਾਜ ਦੇ ਵੇਲੇ ਹੋਇਆ, 2,000 ਕਰੋੜ ਰੁਪਏ ਦਾ ਇਹ ਜਿਹੜਾ ਟੈਂਡਰ ਘੁਟਾਲਾ ਉਹ ਭਾਰਤ ਭੂਸ਼ਣ ਆਸ਼ੂ ਦੇ ਨਾਮ ਲੱਗੀ ਜਾਂਦਾ, 150 ਏਕੜ ਜ਼ਮੀਨ ਦਾ ਘੁਟਾਲਾ
ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਮ ਲੱਗੀ ਜਾਂਦਾ। ਸੰਗਤ ਸਿੰਘ ਗਿਲਜੀਆਂ ਖਾ ਗਿਆ, ਉਧਰੋਂ ਸਾਧੂ ਸੁਭਾਅ ਵਾਲਾ ਧਰਮਸੋਤ ਖਾ ਗਿਆ। ਸਮਝ ਨਹੀਂ ਪੈ ਰਹੀ ਕਿ ਆਖਰ ਇਹ ਦੌੜ ਜਿਹੜੀ ਆ ਉਹ ਪੰਜਾਬੀਆਂ ਨੂੰ ਕਿੱਥੋਂ ਤੱਕ ਲੈ ਡੁੱਬੂਗੀ। ਬਹੁਤ ਸਾਰਿਆਂ ਨੂੰ ਹੁਣ ਸਮਝ ਆ ਰਿਹਾ ਹੋਊਗਾ ਕਿ ਪੰਜਾਬ ਦੇ ਸਿਰ ਦੇ ਉੱਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਵੇਂ ਚੜ ਗਿਆ। ਜਿਹੜੀ ਹੋੜ ਹੈ ਪੰਜਾਬੀਆਂ ਦੇ ਵਿੱਚ ਇੱਕ ਦੂਜੇ ਤੋਂ ਵੱਡਾ ਮਕਾਨ ਬਣਾਉਣ ਦੀ, ਵੱਡੀ ਤੋਂ ਵੱਡੀ ਗੱਡੀ ਖਰੀਦਣ ਦੀ, ਉਹਨੇ ਐਸਾ ਸੱਤਿਆਨਾਸ਼ ਕਰ ਦਿੱਤਾ ਕਿ ਇਹ ਇੱਕ ਰਿਐਲਿਟੀ ਆ ਕਿ ਜਦੋਂ ਵਿਦੇਸ਼ਾਂ ਦੇ ਵਿੱਚ ਗਏ ਨੇ ਪੰਜਾਬੀ, ਸਾਰੇ ਨਹੀਂ ਪਰ ਇੱਥੋਂ ਹੇਰਾ ਫੇਰੀਆਂ ਵਾਲੇ ਉੱਥੇ ਵੀ ਜਾ ਬਰਾਜੇ ਨੇ, ਉਹਨਾਂ ਨੇ ਉੱਥੇ ਵੀ ਇਹੀ ਕੰਮ ਸ਼ੁਰੂ ਕਰ ਦਿੱਤਾ। 3-3 ਘਰ, 4-4 ਘਰ, 5-5 ਘਰ, ਤੇ ਉਹ ਫਿਰ ਬਿਨਾਂ ਹੇਰਾ ਫੇਰੀ ਤੋਂ ਆਉਂਦੇ ਨਹੀਂ। ਮੌਰਗੇਜਾਂ ਕਰਾਉਂਦੇ ਨੇ, ਉਹ ਹੇਰਾ ਫੇਰੀ ਦੇ ਨਾਲ ਹੁੰਦੀਆਂ ਨੇ ਕਿ ਜਿਹਦੀ ਨਹੀਂ ਮੌਰਗੇਜ ਹੋ ਸਕਦੀ ਉਹ ਫਿਰ ਕੋਈ ਨਾ ਕੋਈ ਇੱਧਰ ਉੱਧਰ ਕਰਕੇ ਢਾਹ ਭੰਨ ਉਹ ਮੌਰਗੇਜ ਕਰਵਾਉਂਦਾ। ਜਾਲੀ ਜਿਹੜੇ ਪੇਪਰ ਬਣਾਈ ਜਾਂਦੇ ਨੇ, ਉੱਥੇ ਬਾਹਰ ਜਾਲੀ ਲਾਇਸੈਂਸ ਬਣਨੇ ਸ਼ੁਰੂ ਹੋ ਗਏ, ਟਰੱਕਾਂ ਦੇ ਡਰਾਈਵਿੰਗ ਲਾਇਸੈਂਸ ਜਾਲੀ ਬਣਨੇ ਸ਼ੁਰੂ ਹੋ ਗਏ, ਇੰਸ਼ੋਰੈਂਸ ਜਿਹੜੀ ਆ ਉਹ ਜਾਲੀ ਬਣਨੀ ਸ਼ੁਰੂ ਹੋ ਗਈ। ਕਈ ਵਾਰੀ ਮੈਂ ਇਹ ਮਹਿਸੂਸ ਕਰਦਾ ਹੁੰਦਾ ਕਿ ਕੀ ਇਹ ਜਿਹੜੀ ਦੌੜ ਹੈ ਇਹ ਸਿਰਫ ਪੰਜਾਬੀਆਂ ਦੇ ਵਿੱਚ ਹੈ ਜਾਂ ਬਾਕੀ ਥਾਵਾਂ ਦੇ ਉੱਤੇ ਵੀ। ਜੇ ਤੁਸੀਂ ਟਰੈਵਲ ਕਰਦੇ ਹੋ, ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ ਟਰੈਵਲ ਕਰਦੇ ਹੋ, ਇੰਟਰਨੈਸ਼ਨਲ ਲੈਵਲ ਦੇ ਉੱਤੇ ਟਰੈਵਲ ਕਰਦੇ ਹੋ, ਤਾਂ ਇੱਕ ਠਹਿਰਾਓ ਤੁਹਾਨੂੰ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਦੀ ਜ਼ਿੰਦਗੀ 'ਚ ਮਿਲਦਾ। ਮੈਂ ਉਹਨੂੰ ਬਹੁਤ ਨੇੜਿਓਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ ਕਿ ਠੀਕ ਹੈ, 2 ਜਾਣੇ ਕੰਮ ਕਰ ਰਹੇ ਨੇ, ਉਹ ਕਹਿੰਦੇ ਠੀਕ ਹੈ ਨਫ ਕਮਾਉਣੇ ਆ, ਵੀਕਐਂਡ ਦੇ ਉੱਤੇ ਥੋੜ੍ਹਾ ਜਿਹੜਾ ਉਹ ਇੰਜੋਏ ਕਰ ਲਈਦਾ, ਬਾਹਰ ਅੰਦਰ ਜਾ ਆਈਦਾ, ਤੁਹਾਨੂੰ ਬਹੁਤ ਸਾਰੇ ਲੋਕ ਮਿਲਣਗੇ। ਇਹ ਜਿਹੜੀ ਰੈਟ ਰੇਸ ਇੱਥੇ ਪੰਜਾਬ ਦੇ ਵਿੱਚ ਲੱਗੀ ਹੋਈ ਆ, ਪੰਜਾਬੀਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੋਲੀਟੀਸ਼ੀਅਨਾਂ ਦੇ ਵਿੱਚ, ਸੱਤਿਆਨਾਸ਼ ਇਹਨਾਂ ਨੇ ਪੰਜਾਬ ਦਾ ਕਰਕੇ ਰੱਖ ਦਿੱਤਾ। ਔਰ ਜਿੰਨੀ ਦੇਰ ਤੱਕ ਫੜ ਕੇ ਇਹਨਾਂ ਲੋਕਾਂ ਤੋਂ ਇਹ ਪੈਸੇ ਬਰਾਮਦ ਨਹੀਂ ਕੀਤੇ ਜਾਂਦੇ, ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ, ਪ੍ਰਾਪਰਟੀਆਂ ਵੇਚ ਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਨਹੀਂ ਹੁੰਦੇ, ਉਨੀ ਦੇਰ ਤੱਕ ਸ਼ਾਇਦ ਇਹ ਰੁਕ ਨਹੀਂ ਸਕਣਾ। ਇਹ ਬਦਕਿਸਮਤੀ ਆ ਕਿ ਪੰਜਾਬੀਆਂ ਦੇ ਨਾਂ ਦੇ ਉੱਤੇ ਇੱਕ ਬਦਨੁਮਾ ਧੱਬਾ ਲੱਗ ਗਿਆ ਹੋਇਆ ਕਿ ਇਹ ਕਰਪਟ ਲੋਕ ਨੇ, ਇਹ ਭ੍ਰਿਸ਼ਟ ਲੋਕ। ਜੀ, ਇਹਨਾਂ ਸਿਆਸਤਦਾਨਾਂ ਦੀ ਗੱਲ ਨੂੰ ਅੱਗੇ ਵੀ ਤੋਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਨੇ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਰਾਜਨੀਤੀ ਵੈਸੇ ਮਾੜੀ ਚੀਜ਼ ਹੈ, ਪਰ ਕਈ ਵਾਰੀ ਇੰਨੀ ਘਟੀਆ ਹੋ ਜਾਂਦੀ ਹੈ ਕਿ ਸਾਨੂੰ ਸ਼ਰਮ ਆਉਂਦੀ ਹੈ। 29 ਮਈ ਸ਼ਾਮ ਨੂੰ 5:15 ਵਜੇ ਦਾ ਵੇਲਾ ਸੀ। ਇੱਕ ਘਰ ਦਾ ਚਿਰਾਗ ਬੁਝ ਗਿਆ। ਸਿੱਧੂ ਮੂਸੇਵਾਲੇ ਦਾ ਭਿਆਨਕ ਦਰਦਨਾਕ ਕਤਲकांड ਹੁੰਦਾ, ਪਰ ਸਾਡੇ ਸਿਆਸਤਦਾਨਾਂ ਨੇ ਰੱਜ ਕੇ ਰੋਟੀਆਂ ਸੇਕੀਆਂ। ਪਨੂ ਸਾਹਿਬ, ਪਹਿਲਾਂ ਇਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਸੀ, ਮੌਜੂਦਾ ਸਰਕਾਰ ਸੀ, ਵਿਰੋਧੀਆਂ ਨੇ ਇੱਕ ਬਹਾਨੇ ਦੇ ਨਾਲ ਉਹਨੂੰ ਘੇਰਿਆ, ਕਿਹਾ ਕਿ ਇੱਥੇ ਬਹੁਤ ਜ਼ਿਆਦਾ ਗੈਂਗਸਟਰ ਆ ਗਏ ਨੇ, ਅਮਨ ਕਾਨੂੰਨ ਦੀ ਸਥਿਤੀ ਹੈ ਨਹੀਂ। ਉਸ ਤੋਂ ਬਾਅਦ ਉਹਦੇ ਬਾਪ ਨੂੰ ਘੜੀਸਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਿਆਸਤ ਦੇ ਵਿੱਚ। ਫਿਰ ਸੰਗਰੂਰ ਜ਼ਿਮਨੀ ਚੋਣ ਇਹਨਾਂ ਨੂੰ ਦਿਖਣ ਲੱਗ ਗਈ ਤੇ ਫਿਰ ਇੱਕ ਗਾਣਾ ਜਿਹਾ ਲਾਂਚ ਕਰਦੀ ਹੈ ਕਾਂਗਰਸ, ਤੇ ਉਹਦੇ ਵਿੱਚ ਫਿਰ ਸਿੱਧੂ ਮੂਸੇਵਾਲੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕਰਦੀ, ਤੇ ਹਾਰ ਕੇ ਪਰਿਵਾਰ ਇਹਨਾਂ ਨੂੰ ਕਹਿ ਦਿੰਦਾ ਕਿ ਸਾਡੇ ਮਰੇ ਹੋਏ ਪੁੱਤ ਦੀ ਮਿੱਟੀ ਨਾ ਪਲੀਤ ਕਰੋ, ਸਾਨੂੰ ਬਖਸ਼ ਦਿਓ। ਕਿੰਜ ਵੇਖਦੇ ਹੋ ਸਾਰੇ ਬਿਰਤਾਂਤ ਨੂੰ? ਦੇਖੋ, ਗੱਲ ਫਿਰ ਉਹ ਸਿਆਸਤ ਦੀ ਆ ਗਈ ਕਿ ਸਿਆਸਤ ਜਿਹੜੀ ਆ ਉਹ ਕਿਸ ਨਿਵਾਣਾ ਤੱਕ ਜਾਊਗੀ ਪੰਜਾਬ ਦੀ। ਇਹ ਬਹੁਤ ਵੱਡਾ ਸਵਾਲ ਹੈ। ਇਹਨਾਂ ਸੰਗਰੂਰ ਦੀ ਜਿਹੜੀ ਲੋਕ ਸਭਾ ਦੀ ਚੋਣ ਹੋ ਰਹੀ ਆ ਜ਼ਿਮਨੀ ਦੀ, ਉਹਦੇ ਵਿੱਚ ਤੁਸੀਂ ਕੁਝ ਚੀਜ਼ਾਂ ਜਿਹੜੀਆਂ ਉਹ ਇਸ ਪੱਖੋਂ ਮਹਿਸੂਸ ਕਰੋਗੇ ਕਿ ਇਹ ਲੋਕ ਕੀ ਸਮਝਦੇ ਆ ਕਿ ਪੰਜਾਬ ਦੇ ਲੋਕ ਪਾਗਲ ਨੇ, ਪੰਜਾਬ ਦੇ ਲੋਕਾਂ ਨੂੰ ਕੋਈ ਸਮਝ ਨਹੀਂ, ਜੋ ਇਹ ਕਹਿ ਰਹੇ ਨੇ ਉਹ ਠੀਕ ਹੈ। ਲਾਅ ਐਂਡ ਆਰਡਰ ਦਾ ਤੁਸੀਂ ਜ਼ਿਕਰ ਕੀਤਾ। 2 ਕਤਲ ਦੇਖੋ, ਅੰਮ੍ਰਿਤਸਰ ਦੇ ਵਿੱਚ ਹੋਇਆ ਕਤਲ, ਉਹ ਜਿਹੜੀ ਔਰਤ ਹੈ ਉਹਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹਸਬੈਂਡ ਦਾ ਮਰਡਰ ਕਰਵਾਤਾ। ਇਸੇ ਤਰੀਕੇ ਦੀ ਵਾਰਦਾਤ ਪਟਿਆਲੇ ਦੇ ਵਿੱਚ ਵੀ ਵਾਪਰੀ। ਪਟਿਆਲੇ ਦੇ ਵਿੱਚ ਵੀ ਉਸ ਔਰਤ ਨੇ, ਇੱਕ ਔਰਤ ਨੇ ਆਪਣੇ ਜਿਹੜਾ ਪ੍ਰੇਮੀ ਸੀ ਉਹਦੇ ਨਾਲ ਮਿਲ ਕੇ ਆਪਣੇ ਹਸਬੈਂਡ ਦਾ ਮਰਡਰ ਕਰਵਾਤਾ ਔਰ ਉਹਨਾਂ ਨੇ ਦੱਬ ਦਿੱਤਾ ਉਹਨੂੰ ਮਾਰ ਕੇ। ਉਹਦੀ ਲਾਸ਼ ਵਗੈਰਾ ਹੁਣ ਬਰਾਮਦ ਜਿਹੜੀ ਉਹ ਹੋਈ ਹੈ। ਖੈਰ, ਆਪਣਾ ਵਿਸ਼ਾ ਇਹ ਨਹੀਂਗਾ ਕਿ ਇਹ ਕਿਉਂ ਹੋ ਰਿਹਾ। ਇਹ ਰਿਸ਼ਤਿਆਂ ਦਾ ਘਾਣ ਜਿਹੜਾ ਉਹ ਕੁਝ ਪੰਜਾਬ ਦੇ ਵਿੱਚ ਲੋੜੋਂ ਵੱਧ ਹੋ ਰਿਹਾ।
ਇਹ ਵੀ ਇੱਕ ਨਿਮਾਣਾ ਵਾਲੇ ਪਾਸੇ ਨੂੰ ਆ। ਆਪਾਂ ਗੱਲ ਜਿਹੜੀ ਉਹ ਸਿਆਸਤ ਤੇ ਕਰਨੀ ਹੈ। ਅਕਾਲੀ ਦਲ ਬਾਦਲ ਜਿਹੜਾ ਇਸ ਵੇਲੇ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਚੋਣ ਲੜ ਰਿਹਾ, ਉਹਨੇ ਆਪਣੀਆਂ ਫੋਟੋਆਂ ਜਿਹੜੀਆਂ ਨੇ ਉਹ ਪੋਸਟਰ ਤੋਂ ਲਾਂਭੇ ਕੀਤੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਵੋਟ ਉਹਨਾਂ ਦੇ ਪੋਸਟਰ ਵੇਖ ਕੇ ਪੈਣੀ ਨਹੀਂ, ਤੇ ਉਹ ਇਹ ਵੋਟ ਜਿਹੜੀ ਮੰਗ ਰਹੇ ਆ ਕਮਲਜੀਤ ਕੌਰ ਹੋਰਾਂ ਦੇ ਨਾਮ ਤੇ ਮੰਗ ਰਹੇ ਆ, ਤੇ ਨਾਲ ਉਹਨਾਂ ਨੇ ਫੋਟੋ ਲਾਈ ਆ ਬਲਵੰਤ ਸਿੰਘ ਰਾਜੋਆਣਾ ਦੀ। ਕਮਲਜੀਤ ਕੌਰ ਨੇ 2014 ਦੀ ਚੋਣ ਆਜ਼ਾਦ ਤੌਰ ਦੇ ਉੱਤੇ ਪਟਿਆਲੇ ਤੋਂ ਲੜੀ ਸੀ, ਔਰ ਪਟਿਆਲੇ ਤੋਂ ਉਹਨੂੰ 13,000 ਦੇ ਕਰੀਬ ਵੋਟਾਂ ਪਈਆਂ ਸੀ। ਬਲਵੰਤ ਸਿੰਘ ਰਾਜੋਆਣਾ ਉਦੋਂ ਵੀ ਜੇਲ੍ਹ ਦੇ ਵਿੱਚ ਸੀ। ਅਕਾਲੀ ਦਲ ਬਾਦਲ ਨੇ ਉਦੋਂ ਇੱਥੋਂ ਕੈਂਡੀਡੇਟ ਖੜਾ ਕੀਤਾ ਸੀ, ਉਦੋਂ ਕੁਰਬਾਨੀ ਨਹੀਂ ਦਿੱਤੀ। ਅੱਜ ਕਹਿੰਦੇ ਆ ਕਿ ਉਹਦੀ ਕੁਰਬਾਨੀ ਬਹੁਤ ਹੈ, ਇਸ ਕਰਕੇ ਇਸ ਵਾਰੀ ਵੋਟਾਂ ਬੰਦੀ ਸਿੰਘਾਂ ਦੇ ਨਾਮ ਤੇ ਪਾ ਦਿਓ। 14 ਦੇ ਵਿੱਚ ਤਾਂ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਸੀ, ਸੈਂਟਰ ਦੇ ਵਿੱਚ ਇਹਨਾਂ ਦੀ ਸਰਕਾਰ ਆ ਗਈ। ਕੋਈ ਇੱਕ ਸਿੰਗਲ ਮੀਟਿੰਗ ਦੱਸ ਦਿਓ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ, ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਇਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਕੀਤੀ ਹੋਵੇ, ਕੋਈ ਰਾਸ਼ਟਰਪਤੀ ਦੇ ਨਾਲ ਕੀਤੀ ਹੋਵੇ, ਕੋਈ ਸਮਾਂ ਮੰਗਿਆ ਹੋਵੇ, ਕੋਈ ਗ੍ਰਹਿ ਮੰਤਰੀ ਦੇ ਨਾਲ ਕੀਤੀ ਹੋਵੇ, ਕਿਸੇ ਸੂਬੇ ਦੇ ਉਸ ਮੁੱਖ ਮੰਤਰੀ ਦੇ ਨਾਲ ਕੀਤੀ ਹੋਵੇ ਜਿੱਥੇ ਇਹ ਲੋਕ ਕੈਦ ਨੇ। ਇੱਕ ਸਿੰਗਲ ਮੀਟਿੰਗ ਇਹਨਾਂ ਨੇ ਕਦੀ ਆਵਾਜ਼ ਨਹੀਂ ਉਠਾਈ ਸੱਤਾ ਦੇ ਵਿੱਚ ਰਹਿੰਦਿਆਂ। ਅੱਜ ਇਹਨਾਂ ਨੂੰ ਇੱਕਦਮ ਚੇਤਾ ਆਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਦੇ ਉੱਤੇ ਵੋਟਾਂ ਪੈ ਸਕਦੀਆਂ ਨੇ। ਪਹਿਲਾਂ 11 ਮੈਂਬਰੀ ਕਮੇਟੀ ਬਣਾ ਕੇ ਜੋ ਕੁਝ ਇਹਨਾਂ ਨੇ ਰੰਗ ਲਾਏ ਨੇ ਉਹ ਸਭ ਦੇ ਸਾਹਮਣੇ ਨੇ। ਹੁਣ ਇਹ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਤੇ ਵੋਟਾਂ ਮੰਗਣ ਦੇ ਚੱਕਰ ਦੇ ਵਿੱਚ ਨੇ। ਸਵਾਲ ਇਹ ਆ ਕਿ ਕੀ ਇੱਕ ਮੈਂਬਰ ਪਾਰਲੀਮੈਂਟ ਜਿਤਾ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ, ਕੀ ਉਹ ਰਿਹਾ ਹੋ ਜਾਣਗੇ? ਜੇ ਰਿਹਾ ਹੋ ਸਕਦੇ ਨੇ ਤੇ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਨੇ, ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ, ਇਹਨਾਂ ਦੇ ਬਾਕੀ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਚੰਦੂਮਾਜਰਾ ਉਹ ਮੈਂਬਰ ਪਾਰਲੀਮੈਂਟ ਰਹੇ ਨੇ, ਰਾਜ ਸਭਾ ਦੇ ਮੈਂਬਰ ਇਹਨਾਂ ਦੇ ਰਹੇ ਨੇ, ਗੁਜਰਾਲ ਸਾਹਿਬ ਰਹੇ ਨੇ, ਭੁੰਦੜ ਸਾਹਿਬ ਰਹੇ ਨੇ, ਢੀਂਡਸਾ ਸਾਹਿਬ ਰਹੇ ਨੇ। ਉਹਨਾਂ ਤਾਂ ਕਦੀ ਇਹ ਮੁੱਦਾ ਨਹੀਂ ਉਠਾਇਆ, ਉਹ ਇਹਨਾਂ ਦੇ ਵਿੱਚੋਂ ਹੀ ਸੀ ਜਾਂ ਪਹਿਲਾਂ ਮੁੱਦਾ ਭੁੱਲਿਆ ਹੋਇਆ ਸੀ। ਕਾਂਗਰਸ ਦੀ ਹਾਲਤ ਉਦੋਂ ਜ਼ਿਆਦਾ ਪਤਲੀ ਹੈ। ਪਹਿਲਾਂ ਤਾਂ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕਰ ਦਿੱਤਾ ਕਿ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਬਲਕੌਰ ਸਿੰਘ ਨੇ, ਉਹਨਾਂ ਨੂੰ ਸਰਬਸੰਮਤੀ ਦੇ ਨਾਲ ਕਹਿੰਦੇ ਕੋਰ ਕਮੇਟੀ ਨੇ ਪਾਸ ਕਰਤਾ ਕਿ ਸੰਗਰੂਰ ਤੋਂ ਉਹ ਚੋਣ ਲੜਨਗੇ। ਬਲਕੌਰ ਸਿੰਘ ਹੋਰਾਂ ਦੀ ਸਿਆਣਪ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਪੁੱਤ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ, ਮੈਨੂੰ ਚੋਣਾਂ ਥੋੜੀ ਸੁੱਝਦੀਆਂ ਨੇ। ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ। 8 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਭੋਗ ਸੀ, 6 ਤਰੀਕ ਲਾਸਟ ਸੀ ਨੋਮੀਨੇਸ਼ਨ ਭਰਨ ਦੀ। ਇਹਨਾਂ ਦਾ ਵਸ ਚੱਲਦਾ ਤੇ ਇਹ 6 ਤਰੀਕ ਨੂੰ ਭੋਗ ਤੋਂ ਪਹਿਲਾਂ ਨੋਮੀਨੇਸ਼ਨ ਭਰਾਉਣ ਦੇ ਵਾਸਤੇ ਤਿਆਰ ਸਨ। ਉਹ ਇੱਕ ਬਹੁਤ ਨਿੰਦਣਯੋਗ ਕਤਲ ਹੋਇਆ, ਔਰ ਮੈਨੂੰ ਨਹੀਂ ਲੱਗਦਾ ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਹੋਊਗਾ ਜਿਹਨੂੰ ਉਸ ਕਤਲ ਨੇ ਉਦਾਸ ਨਹੀਂ ਕੀਤਾ, ਗੈਂਗਸਟਰਾਂ ਨੂੰ ਛੱਡ ਕੇ ਬਾਕੀਆਂ ਨੂੰ ਜਿਹੜਾ ਸਭ ਨੂੰ ਉਦਾਸ ਕੀਤਾ, ਕਿਉਂਕਿ ਇੱਕ ਜਵਾਨ ਪੁੱਤ ਦੀ ਮੌਤ ਹੋ ਜਾਣੀ, ਔਰ ਉਹ ਵੀ ਜਿਹਦਾ ਵਿਆਹ ਰੱਖਿਆ ਹੋਇਆ ਹੋਵੇ, ਇਹ ਉਹਦੇ ਮਾਂ-ਪਿਓ ਹੀ ਜਾਣਦੇ ਨੇ ਕਿ ਉਹਨਾਂ ਨੂੰ ਕਿੰਨਾ ਦੁੱਖ ਸੀ। ਹੁਣ ਕਾਂਗਰਸ ਨੇ ਇੱਕ ਗਾਣਾ ਕੱਢਿਆ, ਗੋਲਡ ਵਰਗਾ ਗੋਲਡੀ ਜਾਂ ਗੋਲਡੀ ਵਰਗਾ ਗੋਲਡ, ਕੁਛ ਇਦਾਂ ਦਾ ਗੀਤ, ਔਰ ਉਸ ਗੀਤ ਦੇ ਵਿੱਚ ਇਹਨਾਂ ਨੇ ਕੀਤਾ ਕਿ ਉਹਦੇ ਵਿੱਚ ਸਿੱਧੂ ਮੂਸੇਵਾਲਾ ਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਵਿਖਾਈ ਤੇ ਉਹਦੀ ਮੜੀ ਦਿਖਾਈ ਗਾਣੇ ਦੇ ਵਿੱਚ। ਕੀ ਕਾਂਗਰਸ ਦਾ ਜਿਹੜਾ ਉਹ ਇੰਨਾ ਦਿਵਾਲਾ ਨਿਕਲ ਚੁੱਕਿਆ ਹੋਇਆ ਕਿ ਉਹ ਇਸ ਚੀਜ਼ ਦੇ ਨਾਮ ਦੇ ਉੱਤੇ ਵੋਟਾਂ ਮੰਗ ਰਹੀ ਹੈ, ਗਾਣੇ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਹੋਇਆ। ਪਰਿਵਾਰ ਦੀ ਕੀ ਸਿਚੁਏਸ਼ਨ ਰਹੀ ਹੋਊਗੀ ਜਿਨ੍ਹਾਂ ਨੂੰ ਇਹ ਕਹਿਣਾ ਪੈ ਗਿਆ ਕਿ ਸਾਡੇ ਪੁੱਤ ਦੇ ਨਾਮ ਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ, ਔਰ ਇਹ ਕਹਿਣਾ ਪੈ ਗਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਸਿੱਧੂ ਮੂਸੇਵਾਲੇ ਦਾ ਨਾਮ ਕੋਈ ਸਿਆਸੀ ਪਾਰਟੀ ਜਿਹੜੀ ਆ ਕਿਸੇ ਵੀ ਤਰੀਕੇ ਦੇ ਨਾਲ ਵਰਤੇ। ਇਹ ਵੀ ਉਸ ਪਰਿਵਾਰ ਦੀ ਸਿਆਣਪ ਕਹੀ ਜਾ ਸਕਦੀ ਹੈ। ਨਹੀਂ ਤਾਂ ਅਗਲੇ ਦਿਨਾਂ ਦੇ ਦੌਰਾਨ ਪਤਾ ਨਹੀਂ ਇਹਨਾਂ ਨੇ ਹੋਰ ਕੀ ਕੁਝ ਉਹਦੇ ਬਾਰੇ ਦੇ ਵਿੱਚ ਬੋਲ ਦੇਣਾ ਸੀ, ਕਹਿ ਦੇਣਾ ਸੀ
23 ਤਰੀਕ ਨੂੰ ਜਦੋਂ ਵੋਟਾਂ ਪੈ ਜਾਣਗੀਆਂ, ਤੁਸੀਂ ਦੇਖਣਾ ਇਹਨਾਂ ਦੇ ਵਿੱਚੋਂ, ਸਿਆਸਤਦਾਨਾਂ ਦੇ ਵਿੱਚੋਂ ਪਰਿਵਾਰ ਦੇ ਨਾਲ ਖੜਨ ਵਾਲਾ ਕੋਈ ਵੀ ਨਹੀਂ ਲੱਭਣਾ। ਇਹਨਾਂ ਨੇ ਕਿਸੇ ਨੇ ਉਸ ਪਰਿਵਾਰ ਦੇ ਵਾਸਤੇ ਨਹੀਂ ਖੜਨਾ। ਉਹ ਪਰਿਵਾਰ ਆਪ ਹੀ ਭੁਗਤੂਗਾ ਜਿਹਦੇ ਉੱਤੇ ਇੰਨੀ ਵਿਚਾਰੇ ਤੇ ਪੈ ਗਈ ਹੋਈ ਹੈ। ਇਹਨਾਂ ਕੋਈ ਕਸਰ ਨਹੀਂ ਛੱਡੀ ਕਿ ਕਿਸੇ ਤਰੀਕੇ ਦੇ ਨਾਲ ਉਸ ਮੌਤ ਨੂੰ ਭੁਲਾਇਆ ਜਾ ਸਕੇ। ਉਂਝ ਵੈਸੇ ਜੇ ਇਸੇ ਚੀਜ਼ ਦੇ ਉੱਤੇ ਗੱਲ ਕਰਨੀ ਹੋਵੇ ਕਿ ਪੰਜਾਬ ਦੇ ਵਿੱਚ ਕਦੋਂ ਕਦੋਂ ਜਿਹੜੀਆਂ ਉਹ ਲਾਸ਼ਾਂ ਦੇ ਉੱਤੇ ਜਿਹੜੀ ਸਿਆਸਤ ਹੋਈ ਹੈ, ਇਹਦਾ ਬੜਾ ਲੰਬਾ ਚੌੜਾ ਇਤਿਹਾਸ ਹੈ। ਬਹੁਤ ਲੰਬੇ ਸਮੇਂ ਤੱਕ ਇਹਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ, ਘੰਟਿਆਂ ਬੱਧੀ ਇਹਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ। ਪਾਤਰ ਸਾਹਿਬ ਦੀ ਇੱਕ ਕਵਿਤਾ ਹੈ ਕਿ ਤੁਸੀਂ ਵੋਟਾਂ ਗਿਣੋ ਮੈਂ ਲਾਸ਼ਾਂ ਗਿਣਦਾ। ਇਹ ਉਹੋ ਜਿਹੇ ਹਾਲਾਤ ਜਿਹੜੇ ਇਹ ਸਿਆਸੀ ਧਿਰਾਂ ਪੈਦਾ ਕਰਕੇ ਆਪਣੀ ਸਿਆਸਤ ਕਰਨੀ ਚਾਹੁੰਦੀਆਂ ਨੇ। ਹੁਣ ਇਹਦੇ ਉੱਤੇ ਕਿਸੇ ਨੇ ਜਵਾਬ ਨਹੀਂ ਦੇਣਾ, ਕਾਂਗਰਸ ਨੇ ਜਵਾਬ ਨਹੀਂ ਦੇਣਾ ਕਿ ਉਹਦੇ ਪਰਿਵਾਰ ਨੂੰ ਉਹਦੀ ਨੌਬਤ ਕਿਉਂ ਆਈ ਇਹ ਗੱਲ ਕਹਿਣ ਦੇ ਵਾਸਤੇ ਕਿ ਸਾਡੇ ਪੁੱਤ ਦੇ ਨਾਮ ਦੇ ਉੱਤੇ ਰਾਜਨੀਤੀ ਨਾ ਕਰੋ। ਚਲੋ ਇਹ ਉਹ ਸਮਾਂ ਨਿਗਾ ਜਦੋਂ ਆਪਾਂ ਵੀ ਇਹਦੇ ਉੱਤੇ ਹੋਰ ਫਰਦਰ ਉਸ ਪਰਿਵਾਰ ਦੇ ਬਾਰੇ ਦੇ ਵਿੱਚ ਗੱਲ ਕਰੀਏ, ਨਹੀਂ ਤਾਂ ਅਦਰਵਾਈਜ਼ ਕਿਸੇ ਟਾਈਮ ਇਹ ਚੀਜ਼ਾਂ ਸਾਹਮਣੇ ਆ ਜਾਣੀਆਂ ਨੇ ਕਿ ਸਿੱਧੂ ਮੂਸੇਵਾਲਾ ਕੀ ਸਿਆਸਤ ਦੇ ਵਿੱਚ ਆਪ ਆਉਣਾ ਚਾਹੁੰਦਾ ਸੀ ਜਾਂ ਉਹਨੂੰ ਕਿਸੇ ਵਿਸ਼ੇਸ਼ ਮਜਬੂਰੀ ਦੇ ਤਹਿਤ ਲਿਆਂਦਾ ਗਿਆ, ਉਹਦੇ ਉੱਤੇ ਪ੍ਰੈਸ਼ਰ ਪਾ ਕੇ ਲਿਆਂਦਾ ਗਿਆ। ਕੀ ਹੋਇਆ ਕੀ ਨਹੀਂ ਹੋਇਆ ਉਹ ਅਜੇ ਬਹੁਤਾ ਪਾਰਟ ਨੀਗਾ। ਹਾਂ, ਇਹ ਪਾਰਟ ਜ਼ਰੂਰ ਹੈਗਾ ਕਿ ਉਹ ਚਿਹਰੇ ਸਾਹਮਣੇ ਆਉਣੇ ਚਾਹੀਦੇ ਆ ਜਿਹੜੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਨੇ। ਸ਼ਾਰਪ ਸ਼ੂਟਰ ਨਹੀਂ, ਜਿਹੜੇ ਕਤਲ ਦੇ ਜਿਹੜੇ ਉਹ ਪਿੱਛੇ ਨੇ, ਉਹ ਕਿਹੜੇ ਚਿਹਰੇ ਨੇ, ਉਹਨਾਂ ਦੀ ਗੱਲ ਨਹੀਂ ਕੋਈ ਕਰ ਰਿਹਾ। ਇਹ ਨਹੀਂ ਕਰ ਰਹੇ ਕਿ ਉਹ ਗੋਲਡੀ ਬਰਾੜ ਜਿਹੜਾ ਕੈਨੇਡਾ ਦੇ ਵਿੱਚ ਬੈਠਾ, ਉਹਨੂੰ ਇੱਥੇ ਕਿਵੇਂ ਲੈ ਕੇ ਆਉਣਾ। ਉਹਦਾ ਐਕਸਟ੍ਰੈਡੀਸ਼ਨ ਦੇ ਵਿੱਚ ਕੋਈ ਪਾਰਟੀ ਜਿਹੜੀ ਆ ਵਿਰੋਧੀ ਧਿਰ ਗੱਲ ਨਹੀਂ ਕਰ ਰਹੀ। ਜਿਹੜਾ ਲਾਰੈਂਸ ਬਿਸ਼ਨੋਈ ਆ ਉਹਦਾ ਜਿਹੜਾ ਮਿਲੇ ਪੰਜਾਬ ਪੁਲਿਸ ਨੂੰ ਰਿਮਾਂਡ, ਇਹਦੀ ਕੋਈ ਗੱਲ ਪਾਰਟੀ ਨਹੀਂ ਕਰ ਰਹੀ ਕਿਉਂਕਿ ਉਹਦੇ ਵਿੱਚੋਂ ਇਹਨਾਂ ਨੂੰ ਕੁਝ ਮਿਲਣਾ ਨਹੀਂ। ਇਹਨਾਂ ਨੇ ਤਾਂ ਇੱਕ ਰਾਜਨੀਤੀ ਕਰਨੀ ਹੈ, ਇੱਕ ਭਾਵਕ ਕਰਨਾ ਜਿਹੜਾ ਉਹ ਲੋਕਾਂ ਨੂੰ। ਔਰ ਪਰਿਵਾਰ ਨੇ ਇੱਕ ਵਾਰੀ ਫੇਰ ਸਹੀ ਸਮੇਂ ਦੇ ਉੱਤੇ ਸਹੀ ਗੱਲ ਕੀਤੀ ਆ। ਪਹਿਲਾਂ ਉਹਨਾਂ ਨੇ ਜਿਹੜੀ ਉਹ ਚੋਣਾਂ ਦੇ ਵਿੱਚ ਨਾ ਖੜਨ ਦੀ ਗੱਲ ਕੀਤੀ ਸੀ ਜੀ, ਤੇ ਹੁਣ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਪੁੱਤ ਦਾ ਨਾਮ ਸਿਆਸਤ ਦੇ ਵਿੱਚ ਨਾ ਘੜੀਸਿਆ ਜਾਵੇ। ਆਈ ਥਿੰਕ ਜੇ ਕਿਤੇ ਨਾ ਕਿਤੇ ਅਜੇ ਵੀ ਕਾਂਗਰਸ ਇਸ ਮਾਮਲੇ ਨੂੰ ਸਮਝ ਲਵੇ ਤੇ ਉਹਦੇ ਵਾਸਤੇ ਇਹ ਚੰਗੀ ਗੱਲ ਹੈ ਕਿ ਉਹ ਮੁੱਦਿਆਂ ਦੇ ਉੱਤੇ ਰਾਜਨੀਤੀ ਕਰੇ, ਇਉਂ ਮ੍ਰਿਤਕ ਦੇਹਾਂ ਦੇ ਉੱਤੇ ਰਾਜਨੀਤੀ ਨਾ ਕਰੇ। ਜੀ, ਪੰਜਾਬ ਦੇ ਹਾਲਾਤਾਂ ਤੇ ਚੱਲ ਰਹੀ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਇੱਕ ਵਕਫੇ ਦਾ ਹੋ ਚੁੱਕਾ ਹੈ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਵਿਰੋਧੀਆਂ ਦਾ ਕੰਮ ਹੁੰਦਾ ਹੈ ਸਰਕਾਰ ਨੂੰ ਭੰਡਣਾ, ਪਰ ਕਈ ਵਾਰੀ ਵਿਰੋਧੀ ਬਿਲੋ ਦਾ ਬੈਲਟ ਜਾ ਕੇ ਹਮਲਾ ਕਰਦੇ ਨੇ। ਪਨੂ ਸਾਹਿਬ ਸੁਖਬੀਰ ਬਾਦਲ ਬੋਲੇ ਨੇ, ਉਹ ਕਹਿੰਦੇ ਨੇ ਕਿ ਭਗਵੰਤ ਮਾਨ ਨੂੰ ਨੌਕਰ ਰੱਖਿਆ ਹੋਇਆ ਕੇਜਰੀਵਾਲ ਨੇ ਤੇ ਹਫ਼ਤੇ ਦੀ ਇੱਕ ਪੇਟੀ ਜਿਹੜੀ ਉਹ ਸ਼ਰਾਬ ਦੀ ਇਹਨੂੰ ਭੇਜਦੇ ਨੇ। ਦੇਖੋ, ਵੈਸੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਤਾਂ ਜਿਹੜਾ ਉਹ ਹਾਸੋਹੀਣਾ ਹੀ ਹੁੰਦਾ, ਕਿਉਂਕਿ ਉਹ ਪਤਾ ਨਹੀਂ ਕੀ ਖਾਂਦੇ ਪੀਂਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਬੋਲ ਜਾਂਦੇ ਆ। ਉਹ ਆਪਣੇ ਪਿਤਾ ਨੂੰ ਵੀ ਮੇਰੇ ਪਿਤਾ ਸਮਾਨ ਕਹਿ ਜਾਂਦੇ ਆ ਕਿ ਮੇਰੇ ਪਿਤਾ ਸਮਾਨ ਨੇ। ਇਹ ਉਹੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਕਹਿੰਦੇ ਸੀ ਟਰੱਕ ਭਰ ਕੇ ਨੋਟਾਂ ਦੇ ਅਸੀਂ ਲਿਆਵਾਂਗੇ, ਫਿਰ ਕਹਿੰਦੇ ਗੱਡੇ ਭਰ ਕੇ ਅਸੀਂ ਨੋਟਾਂ ਦੇ ਲਿਆਵਾਂਗੇ, ਫਿਰ ਕਹਿੰਦੇ ਕਿ ਪਾਣੀ ਵਾਲੀਆਂ ਬੱਸਾਂ ਚਲਾਵਾਂਗੇ, ਨਾਲੇ ਤੁਸੀਂ ਬੱਸਾਂ 'ਚ ਜਾਣਾ ਨਾਲੇ ਮੱਛੀਆਂ ਫੜਦੇ ਜਾਣਾ। ਇਹ ਉਹੀ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਕਹਿੰਦੇ ਸੀ ਬੰਬਾਂ ਵਾਲੀਆਂ ਸੜਕਾਂ ਬਣਾਤੀਆਂ ਨੇ। ਇਹ ਉਹੀ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਕਹਿੰਦੇ ਸੀਗੇ ਵੀ ਸੜਕਾਂ ਇਦਾਂ ਦੀਆਂ ਬਣਾਤੀਆਂ ਚਾਹੇ ਪੈਗ ਪੀਂਦੇ ਜਾਓ ਸੜਕਾਂ ਦੇ ਉੱਤੇ ਡੁੱਲੂਗਾ ਨਹੀਂ। ਇਹ ਉਹੀ ਸੁਖਬੀਰ ਸਿੰਘ ਬਾਦਲ ਨੇ, ਕਿਉਂਕਿ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਇੱਕ ਤਾਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਤਾਕਤ ਚਲੇਗੀ। ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀਆਂ ਇਹੋ ਜਿਹੀਆਂ ਬੇਥਵੀਆਂ ਗੱਲਾਂ ਦੇ ਨਾਲ ਅਕਾਲੀ ਦਲ ਬਾਦਲ ਦੀ ਸਿਚੁਏਸ਼ਨ ਇੰਨੀ ਮਾੜੀ ਕਰ ਦਿੱਤੀ ਕਿ ਉਹ 3 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਿਆ। ਇੱਕ ਦੁਆਬੇ 'ਚ, ਇੱਕ ਮਾਝੇ 'ਚ ਤੇ ਇੱਕ ਮਾਲਵੇ ਦੇ ਵਿੱਚ। 3 ਸੀਟਾਂ ਉਹਨਾਂ ਦੇ ਅੱਲੇ ਪੱਲੇ ਜਿਹੜੀਆਂ ਉਹ ਰਹਿ ਗਈਆਂ। ਇਸ ਕਰਕੇ ਜਦੋਂ ਬੰਦਾ ਬੁਖਲਾ ਜਾਂਦਾ ਫਿਰ ਇਹੋ ਜਿਹੀਆਂ ਗੱਲਾਂ ਹੀ ਜਿਹੜੀਆਂ ਉਹ ਕਰਦਾ, ਕਿਉਂਕਿ ਇੱਕ ਪ੍ਰੋਟੋਕਾਲ ਹੁੰਦਾ।
ਚਾਹੇ ਕੋਈ ਵੀ ਅਹੁਦੇ ਦੇ ਉੱਤੇ ਬੈਠਾ ਹੋਵੇ, ਉਹ ਪ੍ਰੋਟੋਕਾਲ ਜ਼ਰੂਰ ਜਿਹੜਾ ਉਹ ਯਾਦ ਰੱਖਣਾ ਚਾਹੀਦਾ। ਪਰ ਅਕਾਲੀ ਦਲ ਹੋ ਗਿਆ, ਬਾਦਲ, ਚਾਹੇ ਇਹਨਾਂ ਦੀ ਟਰੋਲ ਆਰਮੀ ਹੋ ਗਈ, ਪ੍ਰੋਟੋਕਾਲ ਤੇ ਦੂਸਰੇ ਦੀ ਇੱਜ਼ਤ ਕਰਨੀ, ਉਹ ਇਹਨਾਂ ਦੇ ਜਿਹੜਾ ਜੀ ਉਹ ਨਹੀਂ ਲਿਖਿਆ ਹੋਇਆ ਜੀ ਡਾਇਰੀ ਦੇ ਵਿੱਚ ਕਿਤੇ। ਇਹ ਤਾਂ ਉਹੀ ਨੇ ਜਿਹੜੇ ਲਾਲ ਡਾਇਰੀਆਂ ਲਾ ਕੇ ਕਦੀ ਪੁਲਿਸ ਵਾਲਿਆਂ ਨੂੰ ਧਮਕੀਆਂ ਦੇਣ ਲੱਗ ਜਾਂਦੇ ਨੇ, ਕਦੀ ਕੁਝ ਕਰਨ ਲੱਗ ਜਾਂਦੇ ਨੇ, ਕਦੀ ਕੁਝ ਕਰਨ ਲੱਗ ਜਾਂਦੇ ਨੇ। ਕਦੇ ਇਹਨਾਂ ਨੂੰ ਬੋ ਆਉਂਦੀ ਹੁੰਦੀ ਸੀਗੀ ਪਾਰਲੀਮੈਂਟ ਦੇ ਵਿੱਚ ਬੈਠਿਆਂ, ਵਿਰਸੇ ਵਲਟੋਹੇ ਨੂੰ ਵੀ ਬੋ ਆਉਂਦੀ ਹੁੰਦੀ ਸੀਗੀ। ਹੁਣ ਇਹ ਕਹਿੰਦੇ ਜੀ ਕਿ ਉੱਥੋਂ ਜਿਹੜੀ ਪੇਟੀ ਆ ਇੱਕ ਉਹ ਸ਼ਰਾਬ ਦੀ ਭੇਜ ਦਿੰਦਾ। ਤਾਂ ਸੁਖਬੀਰ ਸਿੰਘ ਬਾਦਲ ਦੀਆਂ ਤਾਂ ਬਹੁਤੀਆਂ ਗੱਲਾਂ ਦਾ ਜਵਾਬ ਦੇਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਗੀ। ਉਹਦੇ ਤੇ ਹੱਸਿਆ ਜਾ ਸਕਦਾ ਜੀ ਕਿ ਕਿਸ ਲੈਵਲ ਤੱਕ ਦੀ ਰਾਜਨੀਤੀ ਜਿਹੜੀ ਆ ਨੀਵੇਂ ਪੱਧਰ ਦੀ ਸੁਖਬੀਰ ਬਾਦਲ ਕਰ ਸਕਦਾ ਜੀ। ਪੰਜਾਬ ਨੂੰ ਪਿਆਰ ਕਰਨ ਵਾਲਾ ਹਰ ਉਹ ਦਿਲ ਦਹਿਲ ਗਿਆ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਸ਼ਾਰਪ ਸ਼ੂਟਰ ਨਾਂ ਦਾ ਜਿਹੜਾ ਸ਼ਬਦ ਹੈ ਉਹ ਬੱਚੇ ਦੀ ਜ਼ੁਬਾਨ ਤੇ ਚਲਾ ਗਿਆ। ਪਨੂ ਸਾਹਿਬ, ਕਿਤੇ ਸ਼ਾਰਪ ਸ਼ੂਟਰ ਦਾ ਜਿਹੜਾ ਧੰਦਾ ਆ ਕਿਤੇ ਸਾਡੇ ਪੰਜਾਬ ਨੂੰ ਨਾ ਲੈ ਡੁੱਬੇ। ਦੇਖੋ, ਇਹ ਬੜਾ ਮੈਂ ਸਮਝਦਾ ਹਾਂ ਕਿ ਇੱਕ ਇਸ ਤਰ੍ਹਾਂ ਦਾ ਸਬਜੈਕਟ ਹੈ, ਸੈਂਸਿਟਿਵ ਵੀ ਹੈ, ਡਰਾਉਣਾ ਵੀ ਹੈ। ਜਦੋਂ ਇਹਦੀ ਤੁਸੀਂ ਗੱਲ ਕਰਦੇ ਹੋ ਸਾਰੀ, ਜਿਵੇਂ ਹੁਣ ਲਾਰੈਂਸ ਬਿਸ਼ਨੋਈ ਦੇ ਬਾਰੇ ਦੇ ਵਿੱਚ ਪੰਜਾਬ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਅਦਾਲਤ ਦੇ ਵਿੱਚੋਂ ਉਹਦਾ ਰਿਮਾਂਡ ਉਹਨੂੰ ਮਿਲੇ, ਉਹਨੂੰ ਰਿੜਕਿਆ ਜਾਵੇ, ਉਹ ਤੋਂ ਲੱਭਿਆ ਜਾਵੇ। ਇੱਕ ਤਾਂ ਪੰਜਾਬ ਜਿਹੜਾ ਨਾ ਜੀ ਉਹ ਕੇਂਦਰ ਬਿੰਦੂ ਬਣ ਗਿਆ ਇਹਨਾਂ ਗੈਂਗਸਟਰਾਂ ਦਾ। ਗੈਂਗਸਟਰ ਕਿੱਥੋਂ ਪੈਦਾ ਹੋਏ? ਸੁਖਬੀਰ ਬਾਦਲ ਦੀ ਹੁਣੇ ਤੁਸੀਂ ਗੱਲ ਕਰ ਰਹੇ ਸੀਗੇ। ਜਿਹੜਾ ਵਿੱਕੀ ਮਿੱਡੂ ਖੇੜਾ ਕੌਣ ਸੀ? ਉਹ ਇਹਨਾਂ ਦਾ ਖਾਸ ਸੀਗਾ, ਸੁਖਬੀਰ ਸਿੰਘ ਬਾਦਲ ਦਾ। ਜਾਂ ਗੈਂਗਸਟਰਾਂ ਦੇ ਨਾਲ ਡਿਫਰੈਂਟ ਗੈਂਗਸਟਰਾਂ ਦੇ ਨਾਲ ਇਹਨਾਂ ਦੀਆਂ ਫੋਟੋਆਂ ਕਿੰਨੀਆਂ ਆਉਂਦੀਆਂ ਰਹੀਆਂ ਉਹ ਸਭ ਨੂੰ ਪਤਾ ਹੈ। ਖੈਰ, ਉਸ ਗੱਲ ਨੂੰ ਪਾਸੇ ਛੱਡ ਦਈਏ। ਇਸ ਵੇਲੇ ਚਾਹੇ ਕੈਨੇਡਾ ਦੇ ਵਿੱਚ ਬੈਠੇ ਨੇ ਗੈਂਗਸਟਰ, ਕੋਈ ਲੰਡਾ ਬੈਠਾ, ਕੋਈ ਗੋਲਡੀ ਬੈਠਾ, ਉਹ ਐਕਸਟੋਰਸ਼ਨ ਮਨੀ ਇੱਥੋਂ ਅਗਰਾਉਂਦੇ ਨੇ। ਸਿੰਗਰ ਜਿਹੜੇ ਪੈਸੇ ਉਹਨਾਂ ਨੂੰ ਦਿੰਦੇ ਰਹੇ, ਉਹਨਾਂ ਦੇ ਮੋਟੇ ਪੈਸੇ ਇਕੱਠੇ ਹੁੰਦੇ ਰਹੇ। ਉਹਨੇ ਜਨਮ ਦਿੱਤਾ ਇਸ ਗੈਂਗਸਟਰਵਾਦ ਨੂੰ। ਬਹੁਤੇ ਗੈਂਗਸਟਰ ਜਿਹੜੇ ਆ ਉਹ ਜਾਂ ਜ਼ੀਰਕਪੁਰ ਰਹਿੰਦੇ ਆ, ਮੁਹਾਲੀ ਰਹਿੰਦੇ ਆ, ਖਰੜ ਰਹਿੰਦੇ ਆ। ਉਹਦਾ ਰੀਜ਼ਨ ਕੀ ਆ? ਇਹ ਸ਼ਹਿਰ ਜਿਹੜੇ ਆ ਉਹ 2-3 ਰਾਜਾਂ ਨੂੰ ਲੱਗਦੇ ਆ। ਹਰਿਆਣਾ ਵੀ ਨਾਲ ਹੈ, ਪੰਜਾਬ ਤਾਂ ਇਹ ਹੈਗੇ ਹੀ ਨੇ, ਤੇ ਅੱਗੋਂ ਹਿਮਾਚਲ ਨਾਲ ਹੈ, ਤੇ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਹੈ। ਕਿਤੇ ਨਾ ਕਿਤੇ ਭੱਜ ਕੇ ਜਾ ਕੇ ਲੁਕਣਾ ਇਹਨਾਂ ਦਾ ਆਸਾਨ ਹੁੰਦਾ, ਇਸ ਕਰਕੇ ਇਹ ਇਹਨਾਂ ਥਾਵਾਂ ਦੇ ਉੱਤੇ ਰਹਿੰਦੇ ਆ। ਜਦੋਂ ਸ਼ਾਰਪ ਸ਼ੂਟਰਾਂ ਦੀ ਗੱਲ ਚੱਲਣੀ ਸ਼ੁਰੂ ਹੋਈ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਹਰਿਆਣੇ ਦੇ ਜਿਹੜੇ ਸ਼ਾਰਪ ਸ਼ੂਟਰ ਨੇ ਉਹ ਪੰਜਾਬ ਦੇ ਵਿੱਚ ਬੰਦਾ ਮਾਰਨ ਆ ਰਹੇ ਨੇ। ਜਿਹੜੇ ਮਹਾਰਾਸ਼ਟਰ ਦੇ ਵਿੱਚ ਸ਼ਾਰਪ ਸ਼ੂਟਰ ਨੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਕਿ ਉਹ ਵੀ ਇੱਥੇ ਪੰਜਾਬ ਦੇ ਵਿੱਚ ਬੰਦਾ ਮਾਰਨ ਦੇ ਵਾਸਤੇ ਆਏ। ਤੁਹਾਨੂੰ ਇਹ ਯਾਦ ਹੋਵੇ ਤੇ ਕਾਂਗਰਸ ਦੇ ਰਾਜ ਦੇ ਵੇਲੇ ਇੱਕ ਬਾਹੂਬਲੀ, ਉੱਤਰ ਪ੍ਰਦੇਸ਼ ਦੇ ਵਿੱਚ ਬਾਹੂਬਲੀ ਕਹਿੰਦੇ ਆ, ਇੱਥੇ ਗੈਂਗਸਟਰ ਕਹਿ ਦਿੰਦੇ ਆ, ਉਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੇ ਵਾਸਤੇ ਸੁਪਰੀਮ ਕੋਰਟ ਤੱਕ ਗਈ ਪੰਜਾਬ ਸਰਕਾਰ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਜੇਲ੍ਹ ਮੰਤਰੀ ਹੁੰਦੇ ਸਨ। ਕਿਉਂ ਗਈ? ਉਹਨੂੰ ਕਿਉਂ ਇੱਥੇ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣਾ ਚਾਹੁੰਦੇ ਸੀ? ਕੀ ਕਾਰਨ ਸੀ? ਸੁਪਰੀਮ ਕੋਰਟ ਤੱਕ ਐਡੇ ਵੱਡੇ ਵੱਡੇ ਵਕੀਲ ਕਿਉਂ ਖੜੇ ਕਰਨੇ ਪਏ? ਉੱਤਰ ਪ੍ਰਦੇਸ਼ ਕਹਿੰਦਾ ਸੀ ਮੇਰੇ ਇੱਥੇ ਇਹਦੇ ਤੇ ਕੇਸ ਬੜੇ ਨੇ, ਇਸ ਕਰਕੇ ਇਹ ਤਾਂ ਸਾਡੀ ਜੇਲ੍ਹ ਦੇ ਵਿੱਚ ਰਹਿਣਾ ਚਾਹੀਦਾ। ਇਹ ਕਹਿੰਦੇ ਜੀ ਨਹੀਂ, ਇੱਕ ਕੇਸ ਅਸੀਂ ਵੀ ਪਾਇਆ ਹੋਇਆ, ਇਸ ਕਰਕੇ ਸਾਡੇ ਕੋਲੇ ਇਹ ਰਹਿਣਾ ਚਾਹੀਦਾ। ਉਹਨੂੰ ਕਿਉਂ ਇਹ ਰੱਖ ਰਹੇ ਸੀ? ਇਹ ਸਮਝ ਤੋਂ ਪਰੇ ਵਾਲੀ ਗੱਲ ਸੀ। ਇਹਨਾਂ ਨੇ ਉਦੋਂ ਸੋਚਿਆ ਹੀ ਨਾ ਕਿ ਇਸ ਧਰਤੀ ਨੂੰ ਅਸੀਂ ਬਣਾ ਕੀ ਰਹੇ ਹਾਂ। ਅਕਾਲੀ ਭਾਜਪਾ ਰਾਜ ਦੇ ਵੇਲੇ ਨਾਭਾ ਜੇਲ੍ਹ ਜਿਹੜੀ ਆ ਉਹ ਟੁੱਟਦੀ ਹੈ। ਉਹ ਅੱਜ ਤੱਕ ਭੇਦ ਹੈ ਕਿ ਨਾਭੇ ਦੀ ਜੇਲ੍ਹ ਦੇ ਵਿੱਚੋਂ ਗੈਂਗਸਟਰਾਂ ਨੂੰ ਛੁਡਾਉਣ ਵਾਲੇ ਕੌਣ ਸਨ। ਹੈਰਾਨੀ ਇਸ ਗੱਲ ਦੀ ਆ ਕਿ ਜਦੋਂ ਤੁਸੀਂ ਇਹ ਸਾਰੇ ਕੇਸ ਨੂੰ ਸਟੱਡੀ ਕਰਦੇ ਹੋ, ਸਿੱਧੂ ਮੂਸੇਵਾਲੇ ਵਾਲੇ ਮਾਮਲੇ ਨੂੰ, ਇੱਕ ਹਰਿਆਣੇ ਚੋਂ ਫੜਿਆ ਜਾ ਰਿਹਾ, ਇੱਕ ਰਾਜਸਥਾਨ ਦੇ ਨਾਲ ਲਿੰਕ ਜੁੜ ਜਾਂਦਾ, ਇੱਕ ਮਹਾਰਾਸ਼ਟਰ ਦੇ ਨਾਲ ਲਿੰਕ ਜੁੜ ਜਾਂਦਾ, ਤੇ ਜਿਹੜੇ ਉਹ ਮਹਾਰਾਸ਼ਟਰ ਵਾਲੇ ਆ ਉਹ ਫੜੇ ਜਾ ਰਹੇ ਨੇ ਜਾ ਕੇ ਗੁਜਰਾਤ ਦੇ ਵਿੱਚੋਂ। ਕਿੰਨੇ ਰਾਜ ਜਿਹੜੇ ਆ ਉਹ ਇਕੱਠੇ ਹੋ ਗਏ। ਔਰ ਕੀ ਜਿਹੜਾ ਲਾਰੈਂਸ ਬਿਸ਼ਨੋਈ ਵਰਗਾ ਜਿਹੜਾ ਗੈਂਗਸਟਰ ਹੈ ਉਹਦਾ ਏਦਾਂ ਸਿੱਕਾ ਚੱਲਦਾ ਕਿ ਉਹ ਸਲਮਾਨ ਖਾਨ ਨੂੰ ਵੀ ਧਮਕੀ ਦੇ ਦਿੰਦਾ। ਔਰ ਜਿਹੜੀ ਚਿੱਠੀ ਸਲਮਾਨ ਖਾਨ ਦੇ ਪਿਤਾ ਨੂੰ ਦਿੱਤੀ ਜਾਂਦੀ ਆ ਉਹਦੇ ਬਾਰੇ ਦੇ ਵਿੱਚ ਇਹ ਚੱਲ ਰਿਹਾ ਕਿ ਗੋਲਡੀ ਬਰਾੜ ਦੇ ਉਹਦੇ ਵੀ ਨੌਲੇਜ ਤਾਂ ਉਹਦੇ ਕਹੇ ਦੇ ਉੱਤੇ ਚਿੱਠੀ ਦਿੱਤੀ ਗਈ ਆ। ਕਿੱਥੇ ਚੋਰ ਮੋਰੀਆਂ ਰਹਿ ਗਈਆਂ ਕਾਨੂੰਨ ਦੇ ਵਿੱਚ, ਜਿਹਨੇ ਕਿ ਇਹ ਗੈਂਗਸਟਰਵਾਦ ਨੂੰ ਐਡਾ ਵੱਡਾ ਕਰ ਦਿੱਤਾ
ਤੇ ਜਿਹੜੇ ਸ਼ਾਰਪ ਸ਼ੂਟਰ ਨੇ ਉਹਨਾਂ ਨੂੰ ਵੱਡਾ ਕਰ ਦਿੱਤਾ। ਆਈ ਥਿੰਕ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਸੋਚਣਾ ਪਊਗਾ। ਇਹ ਪੰਜਾਬੀਆਂ ਨੂੰ ਅੱਜ ਵੀ ਉਹ ਫਿਲਮਾਂ ਪਸੰਦ ਨੇ ਜਿਹੜੀਆਂ ਗੈਂਗਸਟਰਾਂ ਤੇ ਬਣਦੀਆਂ ਨੇ। ਤੁਸੀਂ ਗੈਂਗਸਟਰਾਂ ਤੇ ਬਣੀਆਂ ਹੋਈਆਂ ਫਿਲਮਾਂ ਦੇਖ ਲਓ, ਕਿਹੜੀਆਂ ਨੂੰ ਜ਼ਿਆਦਾ ਜਿਹੜਾ ਲੋਕਾਂ ਦਾ ਰਿਸਪੌਂਸ ਮਿਲਿਆ। ਇੱਥੇ ਉਹ ਖੰਨੇ ਦਾ ਜਿਹੜਾ ਗੈਂਗਸਟਰ ਸੀ ਉਹਦੇ ਉੱਤੇ ਬਣੀ ਹੋਈ ਫਿਲਮ ਕਿੰਨੀ ਚੱਲੀ, ਡਾਕੂਆਂ ਦਾ ਮੁੰਡਾ ਚੱਲ ਗਈ। ਇੱਕ ਉਹ ਜਿਹੜਾ ਮਾਰ ਦਿੱਤਾ ਸੀਗਾ ਰਸਤੇ ਦੇ ਵਿੱਚ ਸ਼ਾਰਪ ਸ਼ੂਟਰ, ਉਹਦੇ ਉੱਤੇ ਫਿਲਮ ਬਣ ਗਈ। ਚਲੋ ਉਹਨੂੰ ਇੱਥੇ ਪਰਮਿਸ਼ਨ ਤਾਂ ਨਹੀਂ ਮਿਲੀ ਚੱਲਣ ਦੀ, ਪਰ ਉਹ ਕਿਉਂਕਿ ਉਂਝ ਲੀਕ ਹੋ ਗਈ, ਲੋਕਾਂ ਨੇ ਦੇਖ ਲਈ ਵੱਡੇ ਪੱਧਰ ਦੇ ਉੱਤੇ। ਸੁੱਖਾ ਕਾਲਵਾ ਦੇ ਉੱਤੇ ਜਿਹੜੀ ਬਣੀ ਸੀ ਫਿਲਮ, ਉਹ ਪੰਜਾਬੀਆਂ ਨੇ ਵੀ ਵੇਖੀ। ਕੀ ਪੰਜਾਬੀਆਂ ਦਾ ਜਿਹੜਾ ਸੁਭਾਅ ਆ ਇਹੋ ਜਿਹੀਆਂ ਚੀਜ਼ਾਂ, ਹਿੰਸਾ ਦੇਖਣੀ, ਹਿੰਸਾ ਗੀਤਾਂ ਦੇ ਵਿੱਚ ਜਿਹੜੀ ਉਹ ਸੁਣਨੀ, ਉਹਨੇ ਸ਼ਾਰਪ ਸ਼ੂਟਰ ਇਹ ਪੈਦਾ ਕੀਤੇ? ਜਾਂ ਪੰਜਾਬ ਇੱਕ ਕਿਸਮ ਦੇ ਨਾਲ ਇਸ ਤਰ੍ਹਾਂ ਦੀ ਧਰਤੀ ਬਣ ਗਿਆ ਜਿੱਥੇ ਕਿ ਐਕਸਟੋਰਸ਼ਨ ਮਨੀ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਉਗਰਾਹੀ ਜਾਣ ਲੱਗੀ। ਕਿਸੇ ਵੇਲੇ ਮਹਾਰਾਸ਼ਟਰ ਇਸ ਸੇਮ ਸਮੱਸਿਆ ਦਾ ਸਾਹਮਣਾ ਕਰਦਾ ਸੀਗਾ। ਐਕਸਟੋਰਸ਼ਨ ਮਨੀ ਮਹਾਰਾਸ਼ਟਰ ਦੇ ਵਿੱਚ, ਖਾਸ ਤੌਰ ਦੇ ਉੱਤੇ ਮੁੰਬਈ ਦੇ ਵਿੱਚ ਬਹੁਤ ਉਗਰਾਹੀ ਜਾਂਦੀ ਸੀ। ਫਿਰ ਉੱਥੇ ਬਣਿਆ ਮਕੋਕਾ। ਇੱਕ ਵਾਰੀ ਇੱਥੇ ਪਕੋਕਾ ਬਣਨ ਲੱਗਿਆ ਸੀਗਾ, ਮਕੋਕਾ ਦੀ ਤਰਜ਼ ਦੇ ਉੱਤੇ। ਕੁਝ ਸਿਆਸੀ ਧਿਰਾਂ ਨੇ ਉਹਦਾ ਵਿਰੋਧ ਕੀਤਾ ਕਿ ਨਹੀਂ ਨਹੀਂ, ਇਹ ਨਹੀਂ ਬਣਨਾ ਚਾਹੀਦਾ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਇਹ ਸਖਤ ਕਾਨੂੰਨ ਆ ਗਿਆ ਤੇ ਇੰਨਾ ਸਖਤ ਕਾਨੂੰਨ ਨਹੀਂ ਆਉਣਾ ਚਾਹੀਦਾ। ਮੇਰੀ ਜਾਚੇ ਅੱਜ ਮਕੋਕਾ ਵਰਗੇ ਇੱਕ ਸਖਤ ਕਾਨੂੰਨ ਦੀ ਪੰਜਾਬ ਨੂੰ ਜ਼ਰੂਰਤ ਹੈ, ਜੇ ਪੰਜਾਬ ਨੂੰ ਬਚਾਉਣਾ, ਜੇ ਪੰਜਾਬ ਨੂੰ ਇਹਨਾਂ ਗੈਂਗਸਟਰਾਂ ਤੋਂ ਬਚਾਉਣਾ, ਜੇ ਪੰਜਾਬ ਨੂੰ ਇਹਨਾਂ ਸ਼ਾਰਪ ਸ਼ੂਟਰਾਂ ਤੋਂ ਬਚਾਉਣਾ, ਜਿਹੜੇ ਕਿ ਐਕਸਟੋਰਸ਼ਨ ਮਨੀ ਇਕੱਠੀ ਕਰਦੇ ਨੇ, ਔਰ ਜਿਹੜੇ ਸਿੰਗਰ ਨੇ ਜਿਨ੍ਹਾਂ ਦੀ ਕਿਤੇ ਵੀ ਇਨਵੋਲਵਮੈਂਟ ਇਹਦੇ ਵਿੱਚ ਦਿਸ ਰਹੀ ਹੈ, ਉਹਨਾਂ ਨੂੰ ਵੀ ਇਸੇ ਹੀ ਕਾਨੂੰਨ ਦੇ ਤਹਿਤ ਨੱਥ ਪਾਉਣੀ ਪਊਗੀ। ਨਹੀਂ ਤਾਂ ਅਦਰਵਾਈਜ਼ ਇੱਥੇ ਆਮ ਵਿਅਕਤੀ ਦਾ ਜੀਣਾ ਦੁੱਭਰ ਹੋ ਜਾਊਗਾ। ਜਿਸ ਤਰੀਕੇ ਦੀ ਇਨਵੋਲਵਮੈਂਟ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹਨਾਂ ਸ਼ਾਰਪ ਸ਼ੂਟਰਾਂ ਦੀ ਤੇ ਵੱਖ-ਵੱਖ ਗੈਂਗਸਟਰਾਂ ਦੇ ਗਰੁੱਪਾਂ ਦੀ ਸਾਹਮਣੇ ਆ ਰਹੀ। ਜੀ ਬਿਲਕੁਲ, ਜਿਹੜੇ ਪੰਜਾਬ 'ਚ ਰਹਿੰਦੇ ਨੇ ਉਹ ਵੀ ਇਹ ਚਾਹੁੰਦੇ ਨੇ ਕਿ ਪੰਜਾਬ ਬਚ ਜੇ, ਤੇ ਜਿਨ੍ਹਾਂ ਦੇ ਦਿਲ 'ਚ ਪੰਜਾਬ ਹੈ ਉਹ ਵੀ ਇਹ ਸੋਚਦੇ ਨੇ ਕਿ ਪੰਜਾਬ ਨੂੰ ਬਚਾਉਣ ਦੀ ਇਸ ਵੇਲੇ ਸਖਤ ਜ਼ਰੂਰਤ ਹੈ। ਪ੍ਰੋਗਰਾਮ ਦਾ ਸਮਾਂ ਫਿਲਹਾਲ ਇੱਥੇ ਖਤਮ ਹੁੰਦਾ ਹੈ। ਪਨੂੰ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤੇ ਕੱਲ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।